कोरोना वायरस के खिलाफ जंग लड़ रहे डॉक्टर किते ना किते एक फ्रंटलाइन वॉरियर्स मन्ने जा रहे हैं क्योंकि सब तो ज़्यादा अगर कोरोना के करीब कोई जाता है तो डॉक्टर्स लोग ही जाते हैं, लड़ाई लड़ रहे हैं। लेकिन कहा जाता है कि भुखे ढिड लड़ाई लड़ी नहीं जाती। और अज असी तुहानूं एक गल दिखाने जा रहे हैं, एक मुद्दा दिखाने जा रहे हैं जिहड़ा किते ना किते सरकार दे उत्तों शर्मसार करने वाला है। दरअसल कोरोना के खिलाफ लड़ रहे ये ਜਿਹੜੇ डॉक्टर साडे नाल खड़े ने ਇਹ ਇੱਥੇ काम कर रहे हैं और इन्हों ਜਿਹੜਾ ਸਟਾਈਪੈਂਡ ਜਿਹੜਾ ਮਿਹਨਤਨਾਮਾ ਜਿਹਨੂੰ ਅਸੀਂ ਪੰਜਾਬੀ 'ਚ ਵੀ ਕਹਿ ਸਕਦੇ ਹਾਂ ਉਹ ਮਹਿਜ 10,000 ਰੁਪਇਆ ਮਹੀਨਾ ਮਿਲ ਰਿਹਾ ਹੈ। और ਇਹ ਉਹ ਡਾਕਟਰਸ ਨੇ ਜਿਹੜੇ ਕਿ कोरोना पेशेंट का इलाज कर रहे हैं। लेकिन ਮਿਹਨਤਨਾਮਾ कितना किते घट है और सब तो वड्डी गल है पिछले 10 सालों तो इन्हों का ਮਿਹਨਤਨਾਮਾ नहीं वधिया, लेकिन फीसां 'ਚ काफ़ी वड्डी बढ़ोतरी हुई है। ਉਹਨਾਂ ਦੇ ਵਿੱਚ आखिरकार कितना किते मंत्री साहबान क्योंकि अक्सर ਉਹਨਾਂ ਦਾ ਜਿਹੜਾ ਕੰਮ ਹੁੰਦਾ ਹੈ आश्वासन देना ਹੁੰਦਾ है, ਉਹ बड़े आश्वासन मिल चुके सी। लेकिन ਹੁਣ ਇਹਨਾਂ ਵੱਲੋਂ कैप्टन अमरिंदर सिंह ਨੂੰ एक ट्वीट किया गया ਜਿਹਦੇ ਵਿੱਚ ਇਹਨਾਂ ਨੇ ਮੰਗ ਕੀਤੀ ਹੈ कि ਜਿਹੜੀ ਉਹਨਾਂ ਦਾ ਸਟਾਈਪੈਂਡ है बढ़ाया जाए क्योंकि सिर्फ 323 रुपये एक दिहाड़ी के उत्ते ਇਹ ਲੋਕ ਡਾਕਟਰਸ ਜਿਹੜੇ ਨੇ ਕੰਮ ਕਰ ਰਹੇ ਨੇ। और कितना किते सरकार ਦੇ ਜਿਹੜੇ ਪ੍ਰਬੰਧ ਨੇ ਉਹ ਵੀ ਨਾ ਕਿਤੇ ਖੇਰੂ ਖੇਰੂ ਹੋ ਰਹੇ। लेकिन ਵੱਡਾ ਸਵਾਲ ਉਹਨਾਂ ਦੇ ਮਿਹਨਤਨਾਮੇ ਦਾ ਹੈ। ਸਭ ਤੋਂ ਪਹਿਲੇ ਅਸੀਂ ਡਾਕਟਰ ਕੀਰਤ ਜੀ ਕੋ ਜਾਵਾਂਗੇ ਜਿਨ੍ਹਾਂ ਨੇ ਕਿ ਟਵੀਟ ਕੀਤਾ ਸੀ। ਤੁਸੀਂ ਟਵੀਟ ਕਿਉਂ ਕੀਤਾ ਤੇ ਟਵੀਟ 'ਚ ਕੀ ਕਿਹਾ? ਮੈਂ 2 ਦਿਨ ਪਹਿਲਾਂ ਇੱਕ ਟਵੀਟ ਕੀਤਾ ਸੀ, ਕੈਪਟਨ ਅਮਰਿੰਦਰ ਸਿੰਘ ਨੂੰ ਡਾਇਰੈਕਟ ਕੀਤਾ ਸੀ ਤੇ ਪੰਜਾਬ ਗਵਰਨਮੈਂਟ ਨੂੰ ਵੀ। ਮੈਂ ਉਹਨਾਂ ਨੂੰ ਇਹੀ ਕਿਹਾ ਸੀ, ਮੈਂ ਉਹਨਾਂ ਨੂੰ ਸਾਡੀ ਜਿਹੜੀ ਸਿਚੁਏਸ਼ਨ ਹੈ ਉਸ ਦੇ ਬਾਰੇ ਗੱਲ ਕੀਤੀ ਸੀ ਕਿ ਇੰਨੀ ਮਿਹਨਤ ਕਰਨ ਦੇ ਬਾਅਦ ਅਸੀਂ ਡਿਊਟੀਆਂ ਵੀ ਲਗਾ ਰਹੇ ਨੇ ਪਰ ਫਿਰ ਵੀ ਸਾਨੂੰ ਜਿਹੜੀ ਇੱਕ ਸਟਾਈਪੈਂਡ ਮਿਲ ਰਹੀ ਹੈ ਉਹ ਬਿਲਕੁਲ ਵੀ ਰਿਸਪੈਕਟਫੁਲ ਨਹੀਂ ਹੈ ਤੇ ਉਹਦੇ ਤੇ ਹੀ बढ़ोतरी ਵਾਸਤੇ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਤੇ ਪਹਿਲਾਂ ਤੋਂ ਵੀ ਰਿਕੁਐਸਟ ਕਰਦੇ ਆ ਰਹੇ ਹਾਂ। ਪਰ ਹੁਣ ਅਸੀਂ ਸੋਚਿਆ ਕਿ ਇੱਕ ਵਾਰੀ ਸੋਸ਼ਲ ਮੀਡੀਆ ਤੇ ਵੀ ਉਹਨਾਂ ਦੀ ਅਟੈਂਸ਼ਨ ਅਗਰ ਮਿਲ ਸਕਦੀ ਹੈ ਤੇ ਉਹ ਅਸੀਂ ਟਰਾਈ ਕਰਨ ਬਾਰੇ ਸੋਚਿਆ। ਤੁਹਾਨੂੰ ਸਟਾਈਪੈਂਡ ਕਿੰਨਾ ਮਿਲ ਰਿਹਾ ਤੇ ਕਿੰਨੀ ਦੇਰ ਤੋਂ ਮਿਲ ਰਿਹਾ? ਸਾਨੂੰ 9,000 ਮਿਲ ਰਿਹਾ ਸਟਾਈਪੈਂਡ ਹੁਣੇ ਟਿਲ ਐਟ ਦ ਪ੍ਰੈਜ਼ੈਂਟ ਡੇਟ ਤੇ ਆ 2009-10 ਤੇ ਸ਼ੁਰੂ ਹੋ ਗਈ ਸੀ ਗੱਲ ਤੇ ਸਾਨੂੰ 9,000 ਉਸ ਟਾਈਮ ਤੋਂ ਮਿਲ ਰਿਹਾ ਸੀ। ਪਰ ਉਸ ਟਾਈਮ ਫੀਸ ਜਿਹੜੀ ਸੀ ਇੱਕ ਮੈਡੀਕਲ ਕਾਲਜ ਦੀ ਹਰ ਸਾਲ ਦੀ ਫੀ ਉਹ 13,000 ਸੀ। ਹੁਣ ਸਾਡੀ ਸਟਾਈਪੈਂਡ 19 ਹੈ, 9,000 ਹੀ ਹੈ ਪਰ ਸਾਡੀ ਫੀ 80, 90 ਤੇ 1 ਲੱਖ ਇਸ ਤਰ੍ਹਾਂ ਵੱਧਦੀ ਰਹਿੰਦੀ ਹੈ ਹਰ ਸਾਲ ਤੇ ਉਸ ਦੇ ਹਿਸਾਬ ਤੋਂ ਸਾਡੀ फीस बहुत ज़्यादा है तो स्टाइपेंड बहुत ही घट है। मैडम कुछ एक आंकड़े हैं जिहड़े मैं कुछ अपने कैमरामैन कहूँगा सी अपने कैमरे से शेयर करना। मैडिकल स्टूडेंट एसोसीएशन वालों एक आंकड़े जारी किए गए हैं, असीं पुष्टि भी तुहाडी चाहते हैं, जिहदे विच यह कहा गया है कि हिमाचल हरियाणा ਦੇ ਵਿੱਚ 52,000 रुपये MBBS ਦੀ फीस है तो उत्थे स्टाइपेंड 17,000 है ਅਤੇ हिमाचल प्रदेश 'ਚ 60,000 है, उत्थे स्टाइपेंड 15,000 रुपया है। जम्मू कश्मीर 'ਚ 26,000 पर 12,000 स्टाइपेंड है। इस तरह करके राजस्थान 'ਚ फीस सब तो घट है 2,000 ਤੇ 7,000 और सेंट्रल गवर्नमेंट का जरा 8,000 है तो वही जी फीस 23,500। लेकिन पंजाब 'ਚ 80,000 रुपया फीस है और 9,000 रुपया स्टाइपेंड मिल रहा है। ਅਸੀਂ ਚਾਹਾਂਗੇ क्या ये आंकड़े ठीक ने? हाँ जी, ਅਸੀਂ ਕਾਫੀ ਸਟੱਡੀ ਕਰਨ ਤੋਂ ਬਾਅਦ ਬਾਕੀ ਸਟੇਟਸ ਤੋਂ ਵੀ ਪੁੱਛ ਕੇ ਬਾਕੀ ਜਿਹੜੇ ਇੰਟਰਨ ਸਟੂਡੈਂਟਸ ਨੇ ਉਹਨਾਂ ਨੂੰ ਪੁੱਛ ਕੇ ਹੀ ਆ ਸਾਰਾ ਕੁਝ ਪਤਾ ਕੀਤਾ ਸੀ ਤੇ ਬਾਕੀ ਸਾਰੀ ਨਿਊਜ਼ ਜਿਹੜੀ ਵੀ ਇਨਫੋ ਹੈ ਆਨਲਾਈਨ ਵੀ ਅਵੇਲੇਬਲ ਹੈਗੀ। ਮੈਮ ਅਸੀਂ ਤੁਹਾਨੂੰ ਇੱਕ ਹੋਰ ਪੁੱਛਣਾ ਚਾਹਾਂਗੇ ਕਿ ਤੁਹਾਡੀ ਇਸ ਜੌਬ ਕੀ ਹੈ, ਕੀ ਤੁਸੀਂ ਲੜਾਈ ਲੜ ਰਹੇ ਹੋ ਇਸ ਵਕਤ? This time we are all interns. After our completion of MBBS, the final exam, we get a job, a post as an intern, and we have our duties in the various departments in the hospital. ਤੇ ਅਸੀਂ ਸਾਰਿਆਂ ਦੀ ਅਲੱਗ-ਅਲੱਗ ਡਿਊਟੀ ਅਲੱਗ-ਅਲੱਗ ਜਗ੍ਹਾ ਲੱਗੀ ਹੋਈ ਹੈ ਤੇ ਕੋਰੋਨਾ ਵਾਸਤੇ ਵੀ ਤੇ ਬਾਕੀ ਡਿਊਟੀਆਂ ਵੀ ਅਸੀਂ ਕਰ ਰਹੇ ਨੇ। ਉਹ ਤੇ ਹੈ ਹੀ ਕਿ ਜੋ ਵੀ ਪੇਸ਼ੈਂਟ ਆ ਰਿਹਾ ਹੈ ਕਿਸੇ ਨੂੰ ਕੋਰੋਨਾ ਹੈ ਜਾਂ ਨਹੀਂ ਹੈ ਤੇ ਉਹ ਤੇ ਅਸੀਂ ਐਕਸਪੋਜ਼ ਹੋ ਹੀ ਰਹੇ ਨੇ ਹਰ ਪੇਸ਼ੈਂਟ ਤੋਂ ਜਦੋਂ ਵੀ ਅਸੀਂ ਡਿਊਟੀ ਕਰਦੇ ਉੱਥੇ। ਡਾਕਟਰ ਸਾਹਿਬ ਤੁਹਾਨੂੰ ਫਰੰਟਲਾਈਨ ਵਾਰੀਅਰਸ ਕਿਹਾ ਜਾ ਰਿਹਾ ਹੈ, ਕਿਆ ਸਮਝਦੇ ਹੋ ਕਿ ਫਰੰਟਲਾਈਨ ਵਾਰੀਅਰਸ ਜਿੱਥੇ ਵਰਡ ਆ ਜਾਂਦਾ ਉਹਦੇ ਥੱਲੇ ਸਟਾਈਪੈਂਡ ਵੀ ਨੀਵਾਂ ਪੈ ਜਾਂਦਾ? ਬਿਲਕੁਲ, ਫਰੰਟਲਾਈਨ ਵਾਰੀਅਰਸ ਦਾ ਮਤਲਬ ਹੈ ਕਿ ਆਪਾਂ ਜੇ ਉਹਨੂੰ ਪੰਜਾਬੀ 'ਚ ਕਹੀਏ ਤੇ ਲੜਾਕੂ ਜਿਹੜੇ ਸਭ ਤੋਂ ਅੱਗੇ ਲੜ ਰਹੇ ਨੇ ਤੇ ਇਸ ਵੇਲੇ ਅਸੀਂ ਸਭ ਤੋਂ ਪਹਿਲਾਂ ਜਦੋਂ ਪੇਸ਼ੈਂਟ ਕੋਈ ਵਾਰਡ 'ਚ ਆਉਂਦਾ ਜਾਂ ਫਿਰ ਜਦੋਂ ਆਪਾਂ ਇਮਰਜੈਂਸੀ 'ਚ ਬੈਠਦੇ ਹਾਂ, ਜਦੋਂ ਕੋਈ ਪੇਸ਼ੈਂਟ ਆਉਂਦਾ ਅਸੀਂ ਸਭ ਤੋਂ ਪਹਿਲਾਂ ਐਕਸਪੋਜ਼ ਹੁੰਦੇ ਹਾਂ ਉਸ ਪੇਸ਼ੈਂਟ ਨੂੰ। ਹਾਲੇ ਸਾਨੂੰ ਪਤਾ ਨਹੀਂ ਹੈ ਉਹਨੂੰ ਕੋਰੋਨਾ ਹੈ ਕਿ ਨਹੀਂ ਹੈ ਤੇ ਸਭ ਤੋਂ ਪਹਿਲਾਂ ਸਾਡਾ ਕੰਟੈਕਟ ਪੇਸ਼ੈਂਟ ਨਾਲ ਹੁੰਦਾ ਹੈ ਤੇ ਇਸੇ ਕਰਕੇ ਸਾਨੂੰ ਫਰੰਟ ਲਾਈਨ ਵਾਰੀਅਰ ਕਿਹਾ ਜਾ ਰਿਹਾ ਤੇ ਅਸੀਂ ਗਵਰਨਮੈਂਟ ਦੀ ਅਟੈਂਸ਼ਨ ਇਸੇ ਕਰਕੇ ਲੈਣਾ ਚਾਹੁੰਦੇ ਹਾਂ, ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਜਦੋਂ ਜੇ ਅਸੀਂ ਆਪਣੀ ਜੌਬ ਪੂਰੀ ਇਮਾਨਦਾਰੀ ਨਾਲ ਤੇ ਪੂਰੀ ਸ਼ਿੱਦਤ ਨਾਲ ਕਰ ਰਹੇ ਹਾਂ ਤੇ ਗਵਰਨਮੈਂਟ ਨੂੰ ਵੀ ਸਾਡੇ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਸਾਨੂੰ ਵੀ ਉਨੇ ਪੈਸੇ ਮਿਲਣੇ ਚਾਹੀਦੇ ਆ ਜਿੰਨੇ ਬਾਕੀ ਸਟੇਟਾਂ ਨੂੰ ਮਿਲਦੇ ਪਏ।
ਕੁਝ ਹੋਰ ਡਾਕਟਰ ਸਾਹਿਬਾਨ ਨੇ, ਕਿਉਂਕਿ ਅਸੀਂ ਕੋਸ਼ਿਸ਼ ਕਰਾਂਗੇ ਹਰ ਇੱਕ ਦੀ ਰਾਏ ਲੈਣੀ ਹੈ, ਕਿਉਂਕਿ ਮਸਲਾ ਇੱਕ ਐਸਾ ਹੈ, ਕਿਉਂਕਿ ਇਸ ਵਕਤ ਮਾਹੌਲ ਕੁਝ ਇਸ ਤਰ੍ਹਾਂ ਦਾ ਹੈ ਕਿ ਜਿੱਥੇ ਕਿ ਹਰ ਚੀਜ਼ ਜ਼ਰੂਰੀ ਹੁੰਦੀ ਹੈ। ਸਭ ਤੋਂ ਪਹਿਲੇ ਕੇਅਰ ਪ੍ਰੋਟੈਕਸ਼ਨ ਜ਼ਰੂਰੀ ਹੁੰਦੀ ਹੈ। ਸਰ, ਕਰੋਨਾ ਵਾਇਰਸ ਦਾ ਤੁਸੀਂ ਸਭ ਤੋਂ ਵੱਡੇ ਜਿਹੜਾ ਇਲਾਜ ਇਸ ਵਕਤ ਲੋਕਾਂ ਦੇ ਕਰ ਰਹੇ ਹੋ, ਬਟ ਕੀ ਸਮਝਦੇ ਹੋ ਕਿ ਸਰਕਾਰਾਂ ਕੇਵਲ ਗੰਭੀਰ ਨਹੀਂ ਹੈ ਜਾਂ ਤੁਹਾਡੀ ਗੱਲ ਨੂੰ ਅਣਗੌਲਾ ਕਰਦੀਆਂ? ਜਿਹੜੀ ਹੈਗੀ ਹੈ ਜੀ ਸਾਡੀ ਸਟਾਈਪੈਂਡ ਦੀ ਗੱਲ, ਉਹਦੇ ਤੇ ਸਰਕਾਰ ਨੇ ਕਾਫੀ ਅਣਗਹਿਲੀ ਵਰਤੀ ਹੈ, ਠੀਕ ਹੈ। ਬਿਕੋਜ਼ ਜਿੱਦਾਂ ਡਾਕਟਰ ਕੀਰਤ ਨੇ ਕਿਹਾ ਕਿ ਪਿਛਲੇ 10 ਸਾਲਾਂ ਤੋਂ ਜੇ ਸਟਾਈਪੈਂਡ 'ਚ ਕੋਈ ਰਿਵੀਜ਼ਨ ਨਹੀਂ ਆਈ ਹੈ ਤੇ ਇਹਦੇ ਵਿੱਚ ਸਰਕਾਰ ਵੱਲੋਂ ਹੀ ਕਮੀ ਹੈ। ਜਿਹੜੇ ਆਪਾਂ ਫਿਗਰ ਤੁਹਾਨੂੰ ਦਿਖਾਏ ਆ, ਅਸੀਂ ਆਪ ਕਲੈਕਟ ਕਰਕੇ ਅੱਗੇ ਸਰਕਾਰਾਂ ਨੂੰ ਭੇਜੇ ਨੇ, ਠੀਕ ਹੈ। ਤੇ ਇਹ ਕੰਮ ਸਰਕਾਰ ਦਾ ਹੈ, ਸਰਕਾਰ ਨੂੰ ਆਪ ਰਿਵਾਈਜ਼ ਕਰਨਾ ਚਾਹੀਦਾ ਹੈਗਾ ਕਿ ਸੈਂਟਰ ਗਵਰਨਮੈਂਟ ਜੇ 23,000 ਸਟਾਈਪੈਂਡ ਦੇ ਰਹੀ ਹੈ ਬੱਚਿਆਂ ਨੂੰ, ਤੇ ਫਿਰ ਪੰਜਾਬ ਸਰਕਾਰ 9,000 ਤੇ ਕਿਉਂ ਖੁਸ਼ ਹੈ? ਪੰਜਾਬ ਸਰਕਾਰ ਨੇ ਪਿਛਲੇ 11 ਸਾਲਾਂ ਦੇ ਵਿੱਚ ਕੋਈ ਸਟੈਪ ਕਿਉਂ ਨਹੀਂ ਲਿਆ ਇਸ ਬਾਰੇ? ਇਹ ਮੈਨੂੰ ਵੀ ਹੈਰਾਨੀ ਹੈ, ਕਿਉਂਕਿ ਫੀਸ ਦੀ ਵੀ ਤਾਂ ਰਿਵੀਜ਼ਨ ਹੋਈ ਹੀ ਹੈ। ਮੈਡਮ, ਕੱਲ ਜਿਸ ਤਰ੍ਹਾਂ KBS ਸਿੱਧੂ ਜਿਹੜੇ ਚੀਫ ਸੈਕਟਰੀ ਨੇ ਪੰਜਾਬ ਦੇ, ਉਹਨਾਂ ਨੇ ਵੀ ਟਵੀਟ ਕਰਕੇ ਕਿਹਾ ਕਿ ਮੈਂ ਹੀ ਕਰਵਾਇਆ ਸੀ ਸਟਾਈਪੈਂਡ ਤੁਸੀਂ ਕੀ ਸਮਝਦੇ ਹੋ, ਵਧਣਾ ਜ਼ਰੂਰੀ? ਜੀ ਸਟਾਈਪੈਂਡ ਜ਼ਰੂਰ ਵਧਣਾ ਚਾਹੀਦਾ ਹੈ। ਅਸੀਂ ਜੋ ਡਿਜ਼ਰਵ ਕਰਦੇ ਹਾਂ ਸਾਨੂੰ ਮਿਲਣਾ ਚਾਹੀਦਾ ਹੈ। ਵੇਰੀਅਸ ਪੋਲੀਟੀਕਲ ਪਾਰਟੀ ਲੀਡਰਸ ਹੈਵ ਹੈਲਪਡ ਅਸ ਔਨ ਟਵਿੱਟਰ ਐਂਡ ਪ੍ਰੋਮੋਟਡ ਆਰ ਕਾਜ਼ ਕਿ ਸਾਡਾ ਜਿਹੜਾ ਸਟਾਈਪੈਂਡ ਦੀ ਜਿਹੜੀ ਮੰਗ ਹੈ ਉਹ ਬਿਲਕੁਲ ਸਹੀ ਹੈ। ਕਿਸ ਤਰੀਕੇ ਨਾਲ ਕੱਲ KBS ਸਿੱਧੂ ਚੀਫ ਸੈਕਟਰੀ ਟੂ ਪੰਜਾਬ ਨੇ, ਉਹਨਾਂ ਨੇ ਵੀ ਟਵੀਟ ਤੇ ਤੁਹਾਨੂੰ ਜਵਾਬ ਦਿੱਤਾ ਸੀ ਕਿ ਸਾਡਾ ਜਿਹੜਾ ਸਟਾਈਪੈਂਡ ਹੈ ਮੈਂ ਹੀ ਲਗਾਇਆ ਸੀ, ਉਹਦੇ ਕਿਸ ਤਰ੍ਹਾਂ? ਨਹੀਂ, ਉਹਨਾਂ ਨੇ ਆ ਗੱਲ ਕੀਤੀ ਸੀ ਕਿ ਕਈ ਸਾਲ ਪਹਿਲਾਂ ਜਦੋਂ ਉਹਨਾਂ ਨੇ ਆ ਬੜੋਤਰੀ ਦੀ ਗੱਲ ਕੀਤੀ ਸੀ ਤੇ ਉਹ MD ਸਟੂਡੈਂਟਸ ਵਾਸਤੇ ਕੀਤੀ ਸੀ, ਤੇ ਹੀ ਵਾਸ ਆਲਸੋ ਸ਼ੌਕਡ ਟੂ ਨੋ that अब ये चीज़ क्यों नहीं हो रही है. That was his response, and because of his response we are all very hopeful that maybe something will come out of it. ਸਮਝਦੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਕਾਫੀ ਇਸ ਵਕਤ ਗੰਭੀਰ ਨੇ ਸੋਸ਼ਲ ਮੀਡੀਆ ਤੇ, ਖਾਸ ਕਰਕੇ ਕਿਉਂਕਿ ਆਪਣੀ ਜਿੰਨੀ ਕਨਵਰਸੇਸ਼ਨ ਵੀ ਹੈ ਉਹ ਸੋਸ਼ਲ ਮੀਡੀਆ ਦੇ ਥਰੂ ਕਰ ਰਹੇ ਨੇ, ਤੇ ਕਿਆ ਤੁਹਾਡੇ ਟਵੀਟ ਦੀ ਵੀ ਉਸ ਜਗ੍ਹਾ ਤੇ ਵੈਲਿਊ ਪਏਗੀ? ਅਸੀਂ ਹੋਪ ਕਰ ਰਹੇ ਨੇ ਕਿ ਹੋ ਜਾਏ, ਬਿਕੋਜ਼ ਟਵਿੱਟਰ ਕਾਫੀ ਪਾਵਰਫੁਲ ਹੈ ਇਸ ਚੀਜ਼ ਵਾਸਤੇ। ਕੋਈ ਵੀ ਇਸ਼ੂ ਜਿਹੜਾ ਰੇਜ਼ ਹੁੰਦਾ ਹੈ ਤੇ ਕਾਫੀ ਅਟੈਂਸ਼ਨ ਮਿਲਦੀ ਹੈ ਉਸਨੂੰ, ਤੇ ਅਸੀਂ ਵੀ ਹੋਪ ਕਰ ਰਹੇ ਨੇ ਕਿ ਕੈਪਟਨ ਸਰ ਵੀ ਵੇਖਣ ਨੂੰ ਸਾਡੇ ਟਵੀਟ ਨੂੰ, ਕੁਝ ਹੈਲਪ ਕਰਨ ਸਾਨੂੰ, ਕਿਉਂਕਿ ਅਸੀਂ ਵੀ ਕਾਫੀ ਟਾਈਮ ਤੋਂ ਆ ਚੀਜ਼। ਕਰੋਨਾ ਦੇ ਖਿਲਾਫ ਲੜਾਈ ਜਿਹੜੀ ਤੁਸੀਂ ਲੜ ਰਹੇ ਹੋ, ਉਹ ਲੜਦੇ ਰਹੋਗੇ ਨਾ? ਹਾਂਜੀ, ਉਹ ਸਾਡੇ ਕਦੇ ਵੀ ਵਿਲ ਨਾਟ ਗਿਵ ਅਪ, ਵੀ ਵਿਲ ਨਾਟ ਬੈਕ ਡਾਊਨ, ਵੀ ਵਿਲ ਆਲਵੇਜ਼ go to our duties, we will never stop. Even if we are getting 300 right now per day, we are still going to our duties. We are not going back home, we are not sitting in our hostels. ਤੋ ਇਹ ਤੁਹਾਨੂੰ ਇੱਕ ਤਸਵੀਰ, ਦੋਨੋਂ ਪਾਸੇ ਦੀ ਤਸਵੀਰ, ਚੰਗੀ ਤਸਵੀਰ ਵੀ ਤੇ ਮਾੜੀ ਤਸਵੀਰ ਵੀ। ਗੱਲ ਮਾੜੀ ਤਸਵੀਰ ਤੇ ਹਮੇਸ਼ਾ ਸਰਕਾਰਾਂ ਵੱਲੋਂ ਹੁੰਦੀਆਂ ਕਿ ਜਿੱਥੇ ਕਿ ਵਾਅਦੇ ਕੀਤੇ ਜਾਂਦੇ ਪੂਰੇ ਨਹੀਂ ਕੀਤੇ ਜਾਂਦੇ, ਲੇਕਿਨ ਫਿਰ ਵੀ ਇਹ ਡਾਕਟਰ ਸਾਹਿਬਾਨ ਨੇ ਕਿਹਾ ਹੈ ਕਿ ਉਹ ਕਰੋਨਾ ਦੇ ਖਿਲਾਫ ਲੜਾਈ ਲੜਦੇ ਰਹਿਣਗੇ, ਚਾਹੇ ਉਹਨਾਂ ਨੂੰ 300 ਰੁਪਇਆ ਇੱਕ ਮਿਹਨਤਨਾਮਾ ਇੱਕ ਮਜ਼ਦੂਰ ਦੀ ਦਿਹਾੜੀ ਨਾਲੋਂ ਵੀ ਘੱਟ ਮਿਲ ਰਿਹਾ ਨੇ, ਲੇਕਿਨ ਜਿਹੜੀ ਉਹਨਾਂ ਦੀ ਲੜਾਈ ਹੈ ਉਹ ਲੜਦੇ ਰਹਿਣਗੇ। ਲੇਕਿਨ ਦਰਖਾਸਤ ਜ਼ਰੂਰ ਸਰਕਾਰ ਅੱਗੇ ਕਰਦੇ ਨੇ ਕਿ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਨ ਵਾਲੇ ਇਹਨਾਂ ਡਾਕਟਰਾਂ ਦੇ ਉੱਤੇ ਧਿਆਨ ਦਿੱਤਾ ਜਾਵੇ ਤੇ ਉਹਨਾਂ ਦਾ ਸਟਾਈਪੈਂਡ ਜਿਹੜਾ ਹੈ, ਜਿਹੜਾ ਕਿ ਮਿਹਨਤਨਾਮਾ ਜਿਹਨੂੰ ਅਸੀਂ ਕਹਿੰਦੇ ਹਾਂ ਮਹੀਨੇ ਦਾ ਮਿਲਦਾ ਹੈ, ਉਹਨੂੰ ਵਧਾਇਆ ਜਾਵੇ। ਦੇਖਣਾ ਹੋਏਗਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਨੂੰ ਟਵੀਟ ਕਰਨ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਕੈਪਟਨ ਸਾਹਿਬ ਇਸ ਮਾਮਲੇ 'ਚ ਰਿਸਪੌਂਸ ਕਰਦੇ ਨੇ, ਲੇਕਿਨ ਇੰਤਜ਼ਾਰ ਇਹਨਾਂ ਡਾਕਟਰਸ ਨੂੰ ਜ਼ਰੂਰ ਹੋਏਗਾ ਕੈਪਟਨ ਅਮਰਿੰਦਰ ਸਿੰਘ ਦੇ ਇੰਤਜ਼ਾਰ ਦਾ। ਕੈਮਰਾਮੈਨ ਅਕਸ਼ੇ ਦੇ ਨਾਲ ਸੁਮਿਤ ਖੰਨਾ, ਜਗਬਾਣੀ TV, ਅੰਮ੍ਰਿਤਸਰ।